ਕਿਤਾਬ ਸ਼ਹੀਦ ਜਸਵੰਤ ਸਿੰਘ ਖਾਲੜਾ ਸੋਚ ਸੰਘਰਸ਼ ਤੇ ਸ਼ਹਾਦਤ। ਲੇਖਕ ਸਰਦਾਰ ਅਜਮੇਰ ਸਿੰਘ। ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਭਾਗ 21। ਜਸਵੰਤ ਸਿੰਘ ਖਾਲੜਾ ਦਾ ਇੰਗਲੈਂਡ ਪੜਾਅ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੰਗਲੈਂਡ ਵਿੱਚ ਭਾਈ ਖਾਲੜਾ ਲਗਭਗ 2 ਹਫ਼ਤੇ ਠਹਿਰਿਆ ਸੀ। ਉੱਥੇ ਉਸਨੇ ਪਾਰਲੀਮੈਂਟ ਦੇ ਬਹੁਤ ਸਾਰੇ ਮੈਂਬਰਾਂ ਨੂੰ ਨਿੱਜੀ ਰੂਪ ਵਿੱਚ ਮਿਲ ਕੇ ਉਹਨਾਂ ਸਾਹਮਣੇ ਲਵਾਰਸ ਲਾਸ਼ਾਂ ਦਾ ਮਾਮਲਾ ਰੱਖਿਆ ਸੀ ਅਤੇ ਉਹਨਾਂ ਨੂੰ ਇਸ ਮਾਮਲੇ ਵਿੱਚ ਜ਼ੁਲਮਾਂ ਦੇ ਸ਼ਿਕਾਰ ਹੋ ਰਹੇ ਸਿੱਖਾਂ ਦੀ ਹਰ ਸੰਭਵ ਤਰੀਕੇ ਨਾਲ ਹਮਾਇਤ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਸੀ। ਇਸ ਤੋਂ ਇਲਾਵਾ ਉਸਨੇ ਇਸ ਮਾਮਲੇ ਬਾਰੇ UNO ਦੇ ਲੰਡਨ ਵਿਚਲੇ ਦਫ਼ਤਰ ਵਿੱਚ ਨਿੱਜੀ ਰੂਪ ਵਿੱਚ ਜਾ ਕੇ ਉਹਨਾਂ ਨਾਲ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ ਸੀ। ਉਸ ਨੂੰ ਜਿੰਨਾ ਵੀ ਸਮਾਂ ਮਿਲਿਆ ਉਸ ਵਿੱਚ ਉਹ ਇੰਗਲੈਂਡ ਦੇ ਬਹੁਤ ਸਾਰੇ ਗੁਰਦੁਆਰਿਆਂ 'ਚ ਜਾ ਕੇ ਬੋਲਿਆ ਅਤੇ ਸਿੱਖ ਸੰਗਤਾਂ ਨੂੰ ਪੰਜਾਬ ਅੰਦਰ ਮਨੁੱਖੀ ਅਧਿਕਾਰਾਂ ਦੀ ਖੌਫਨਾਕ ਹਾਲਤ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਇਸੇ ਦੌਰਾਨ ਉਸਨੇ BBC ਨਾਲ ਇੰਟਰਵਿਊ ਦੌਰਾਨ ਪੰਜਾਬ ਅੰਦਰ ਹਕੂਮਤੀ ਜ਼ੁਲਮਾਂ ਦੀ ਦਰਦ ਭਰੀ ਦਾਸਤਾਨ ਬਿਆਨ ਕੀਤੀ ਸੀ। ਇਸ ਵਾਰ ਫਿਰ ਉਸ ਨੂੰ ਉਸ ਦੇ ਭਰਾਵਾਂ ਤੇ ਹੋਰਨਾਂ ਵਾਕਫਕਾਰਾਂ ਨੇ ਪੰਜਾਬ ਵਿੱਚ ਉਸ ਦੀ ਜਾਨ ਨੂੰ ਦਰਪੇਸ਼ ਗੰਭੀਰ ਖਤਰੇ ਦਾ ਵਾਸਤਾ ਪਾ ਕੇ ਵਾਪਸ ਜਾਣ ਤੋਂ ਰੋਕਣ ਦਾ ਪੂਰਾ ਯਤਨ ਕੀਤਾ, ਪਰ ਉਸਨੇ ਸਾਰਿਆਂ ਨੂੰ ਇਹੋ ਕਿਹਾ ਕਿ ਜਾਨ ਜਾਂਦੀ ਹੈ ਤਾਂ ਚਲੀ ਜਾਵੇ, ਪਰ ਮੈਂ ਹੋਰਨਾਂ ਵਾਂਗੂ ਆਪਣੇ ਲੋਕਾਂ ਨੂੰ ਧੋਖਾ ਨਹੀਂ ਦੇ ਸਕਦਾ। ਉਸ ਦੌਰੇ ਦੌਰਾਨ ਉਸਨੇ ਆਸਟਰੀਆ ਵਿੱਚ ਵਿਆਨਾ ਵਿਖੇ ਰਹਿ ਰਹੇ ਆਪਣੇ ਛੋਟੇ ਭਰਾ ਗੁਰਦੇਵ ਸਿੰਘ ਨੂੰ ਮਿਲਣ ਦੀ ਪ੍ਰਬਲ ਇੱਛਾ ਪ੍ਰਗਟਾਈ ਸੀ। ਉਸ ਨੂੰ ਸ਼ਾਇਦ ਸੂਖਮ ਪੱਧਰ ਤੇ ਇਹ ਅਹਿਸਾਸ ਹੋ ਗਿਆ ਸੀ ਕਿ ਇਹ ਉਸ ਦੀ ਆਪਣੇ ਇੱਕੋ ਮਾਂ ਦੇ ਪੇਟੋਂ ਜਨਮੇ ਭਰਾਵਾਂ ਨਾਲ ਜੀਵਨ ਦੀ ਆਖਰੀ ਵਾਰ ਦੀ ਮਿਲਣੀ ਸੀ, ਜਿਸ ਕਰਕੇ ਉਹ ਉਚੇਚ ਕਰਕੇ ਵਿਆਨਾ ਪਹੁੰਚਿਆ ਸੀ। ਵਿਆਨਾ ਵਿੱਚ ਉਹ ਰਾਮ ਨਾਰਾਇਣ ਕੁਮਾਰ ਨੂੰ ਮਿਲਿਆ, ਜਿਸ ਨੇ ਉੱਥੇ ਘਰ ਜਵਾਈ ਬਣ ਕੇ ਪੱਕਾ ਵਸੇਬਾ ਕਰ ਲਿਆ ਸੀ। ਜਸਵੰਤ ਸਿੰਘ ਨੇ ਉਸ ਨਾਲ ਮਨੁੱਖੀ ਅਧਿਕਾਰਾਂ ਦੇ ਮਾਮਲੇ ਨੂੰ ਕੌਮਾਂਤਰੀ ਸੰਸਥਾਵਾਂ ਤੱਕ ਪਹੁੰਚਾਉਣ ਬਾਰੇ ਵਿਸਥਾਰ ਵਿੱਚ ਵਿਚਾਰ ਚਰਚਾ ਕੀਤੀ। ਇਸ ਦੇ ਨਾਲ ਹੀ ਉਸ ਨੇ UNO ਦੇ ਦਫ਼ਤਰ ਵਿੱਚ ਜਾ ਕੇ ਆਪਣੀ ਜਾਂਚ ਤੇ ਆਧਾਰਿਤ ਕੁਝ ਜ਼ਰੂਰੀ ਦਸਤਾਵੇਜ਼ ਸੌਂਪੇ। ਸਥਾਨਕ ਸੰਗਤ ਦੀ ਇੱਛਾ ਮੁਤਾਬਕ ਉਸਨੇ ਆਪਣੇ ਰੁਝੇਵਿਆਂ ਚੋਂ ਸਮਾਂ ਕੱਢ ਕੇ ਗੁਰਦੁਆਰਾ ਸਾਹਿਬ ਵਿੱਚ ਇੱਕ ਪ੍ਰੇਰਨਾਮਈ ਤੇ ਸਿੱਖਿਆ ਭਰਪੂਰ ਤਕਰੀਰ ਕੀਤੀ, ਜਿਹੜੀ ਉਸ ਦੇ ਜੀਵਨ ਦੀ ਭਾਰਤ ਦੀ ਧਰਤੀ ਤੋਂ ਬਾਹਰ ਆਖਰੀ ਤਕਰੀਰ ਹੋ ਨਿਬੜੀ। ਅਜੋਕੀ ਸਿੱਖ ਜੰਗ ਦਾ ਮੂਲ ਆਧਾਰ। ਇਸ ਤਕਰੀਰ ਵਿੱਚ ਭਾਈ ਖਾਲੜਾ ਨੇ ਸਿੱਖ ਕੌਮ ਵੱਲੋਂ ਪਿਛਲੇ 10 ਸਾਲਾਂ ਦੇ ਦੌਰਾਨ ਭਾਰਤੀ ਰਾਜ ਦੇ ਵਿਰੁੱਧ ਲੜੀ ਗਈ ਲਹੂ ਵੀਟਵੀਂ ਹਥਿਆਰਬੰਦ ਜੰਗ, ਜਿਹੜੀ ਬਦਲਵੇਂ ਰੂਪ ਵਿੱਚ ਅਜੇ ਵੀ ਜਾਰੀ ਹੈ, ਦੇ ਮੂਲ ਆਧਾਰ ਦੀ ਵਿਆਖਿਆ ਬੇਹੱਦ ਸਰਲ ਤਰੀਕੇ ਨਾਲ ਕੀਤੀ ਸੀ ਅਤੇ ਇਸ ਨੂੰ ਅਜੋਕੀ ਸਥਿਤੀ ਨਾਲ ਜੋੜ ਕੇ ਗੁਰਦੁਆਰਾ ਸਾਹਿਬ ਵਿੱਚ ਹਾਜ਼ਰ ਸਿੱਖ ਨੌਜਵਾਨਾਂ ਤੇ ਬੀਬੀਆਂ ਨੂੰ ਆਪਣੇ ਫਰਜ਼ਾਂ ਦੀ ਪਛਾਣ ਕਰਨ ਲਈ ਜ਼ੋਰਦਾਰ ਹਲੂਣਾ ਦਿੱਤਾ ਸੀ। ਉਸ ਨੇ ਯੂਰਪ ਦੀ ਜਾਂ ਪੱਛਮ ਦੀ ਤਰੱਕੀ ਦੀ ਅਸਲੀਅਤ ਦਰਸਾਉਂਦਿਆਂ ਕਿਹਾ ਸੀ ਕਿ ਜਿੱਥੇ ਤੁਸੀਂ ਇਸ ਵੇਲੇ ਰਹਿ ਰਹੇ ਹੋ ਉਸ ਨੂੰ ਦੁਨੀਆ ਦਾ ਤਰੱਕੀ ਯਾਫਤਾ ਖਿੱਤਾ ਮੰਨਿਆ ਜਾਂਦਾ ਹੈ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਾਇੰਸ ਨੇ ਤਰੱਕੀ ਵਿੱਚ ਕਾਫੀ ਰੋਲ ਨਿਭਾਇਆ ਹੈ, ਪਰ ਜਦੋਂ ਯੂਰਪ ਵਾਲੇ ਮਨਮਤ ਦਾ ਸ਼ਿਕਾਰ ਹੋ ਕੇ ਇਹ ਸਮਝਣ ਲੱਗ ਪਏ ਕਿ ਉਹ ਕੁਦਰਤ ਉੱਤੇ ਫਤਿਹ ਪਾ ਲੈਣ ਚੱਲੇ ਹਨ, ਤਾਂ ਇਸ ਦਾ ਨਤੀਜਾ ਉਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਭੁਗਤਣਾ ਪਿਆ। ਕਿਵੇਂ? ਜਿਵੇਂ ਉਹਨਾਂ ਨੇ ਆਰਥਿਕ ਤਰੱਕੀ ਵਾਸਤੇ ਧਰਤੀ ਦੀ ਹਿੱਕ ਉੱਤੋਂ ਜੰਗਲ ਕੱਟੇ, ਹਰਿਆਵਲ ਖਤਮ ਕੀਤੀ, ਮਨਮੱਤੇ ਢੰਗ ਨਾਲ ਧਰਤੀ ਨੂੰ ਆਪਣੇ ਮੁਤਾਬਕ ਢਾਲਣ ਦੇ ਯਤਨ ਕੀਤੇ, ਤਾਂ ਇੱਕ ਖਤਰਾ ਪੈਦਾ ਹੋ ਗਿਆ। ਸਾਇੰਸਦਾਨਾਂ ਨੇ ਕਿਹਾ ਕਿ ਜੇਕਰ ਇਹ ਸਿਲਸਿਲਾ ਇਸੇ ਹੀ ਤਰ੍ਹਾਂ ਚੱਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹ ਸ੍ਰਿਸ਼ਟੀ ਖਤਮ ਹੋ ਸਕਦੀ ਹੈ। ਤਾਂ ਜਾ ਕੇ ਉਹਨਾਂ ਨੂੰ ਪਤਾ ਚੱਲਿਆ ਕਿ ਅਸੀਂ ਆਰਥਿਕ ਤਰੱਕੀ ਦੀ ਖਾਤਰ ਕੁਦਰਤ ਨਾਲ ਮੱਥਾ ਲਾ ਲਿਆ ਸੀ ਤੇ ਉਸ ਦਾ ਨਤੀਜਾ ਤਬਾਹੀ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ। ਤਾਂ ਇਸ ਵਿੱਚੋਂ ਇੱਕ ਨਵੀਂ ਸੋਚ ਪੈਦਾ ਹੋਈ ਕਿ ਜੇਕਰ ਅਸੀਂ ਕੁਦਰਤ ਦੇ ਵਿਰੁੱਧ ਗਏ ਤਾਂ ਧਰਤੀ ਦਾ ਤਵਾਜ਼ਨ ਇਸ ਤਰ੍ਹਾਂ ਵਿਗੜ ਜਾਵੇਗਾ ਕਿ ਅਸੀਂ ਤਬਾਹ ਹੋ ਜਾਵਾਂਗੇ। ਭਾਈ ਖਾਲੜਾ ਨੇ ਇਸ ਵਰਤਾਰੇ ਦੀ ਗੁਰਮਤ ਦੇ ਨਜ਼ਰੀਏ ਤੋਂ ਵਿਆਖਿਆ ਕਰਦੇ ਹੋਏ ਦੱਸਿਆ ਕਿ ਜਦ ਅਸੀਂ ਆਪਣੀਆਂ ਆਰਥਿਕ ਲਾਲਸਾਵਾਂ ਵਿੱਚੋਂ
ਕਾਦਰ ਦੀ ਸਾਜੀ ਕੁਦਰਤ ਦੇ ਸਰੂਪ ਨਾਲ ਛੇੜਛਾੜ ਕਰਦੇ ਹਾਂ, ਇਸ ਦੀ ਸ਼ਕਲ ਸੂਰਤ ਨੂੰ ਵਿਗਾੜਦੇ ਹਾਂ, ਤਾਂ ਦੇਖਣ ਨੂੰ ਤਾਂ ਤਰੱਕੀ ਕਰਦੇ ਜਾਪਦੇ ਹਾਂ, ਪਰ ਕੁਦਰਤ ਵਿਰੁੱਧ ਲੜਾਈ ਲੜਦਿਆਂ ਅਸੀਂ ਬਹੁਤ ਕੁਝ ਕੀਮਤੀ ਗੁਆ ਲਿਆ ਹੈ। ਕੁਦਰਤ ਵਿਰੁੱਧ ਲੜਦਿਆਂ ਹੋਇਆਂ ਪੱਛਮੀ ਸਮਾਜ ਅੰਦਰ ਪਰਿਵਾਰ ਖਤਮ ਹੋ ਗਏ ਹਨ। ਮਾਪਿਆਂ ਨੂੰ ਆਪਣੀ ਔਲਾਦ ਦਾ ਨਹੀਂ ਪਤਾ, ਔਲਾਦ ਨੂੰ ਆਪਣੇ ਮਾਂ-ਬਾਪ ਦਾ ਪਤਾ ਨਹੀਂ ਕਿ ਕੌਣ ਹਨ। ਭਾਈ ਖਾਲੜਾ ਨੇ ਪੱਛਮ ਦੀ ਤਰਜ਼ੇ ਜ਼ਿੰਦਗੀ ਤੋਂ ਪ੍ਰਭਾਵਿਤ ਸਿੱਖਾਂ ਨੂੰ ਜ਼ੋਰਦਾਰ ਚੇਤਾਵਨੀ ਦਿੰਦਿਆਂ ਕਿਹਾ ਕਿ ਅਸੀਂ ਵੀ ਪੱਛਮ ਦੀ ਨਕਲ ਕਰਕੇ ਉਸੇ ਹੀ ਖੂਹ ਵਿੱਚ ਡਿੱਗਣਾ ਚਾਹੁੰਦੇ ਹਾਂ। ਉਸ ਨੇ ਮੂਹਰੇ ਬੈਠੇ ਸਿੱਖ ਨੌਜਵਾਨਾਂ ਨੂੰ ਮੁਖਾਤਬ ਹੁੰਦੇ ਕਿਹਾ ਕਿ ਹੁਣ ਜਦੋਂ ਪੱਛਮ ਦੇ ਕਾਫੀ ਸਾਰੇ ਸਾਇੰਸਦਾਨਾਂ ਤੇ ਵਿਦਵਾਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਣਾ ਸ਼ੁਰੂ ਹੋ ਚੁੱਕਾ ਹੈ, ਤਾਂ ਕਿਤੇ ਇਹ ਨਾ ਹੋਵੇ ਕਿ ਉਹ ਤਾਂ ਸਾਡੇ ਸਤਿਗੁਰੂ ਵੱਲੋਂ ਦਰਸਾਏ ਰਾਹ ਦੀ ਪਛਾਣ ਕਰਕੇ ਆਪਣੀਆਂ ਸ਼ਕਲਾਂ ਸਤਿਗੁਰੂ ਵਰਗੀਆਂ ਬਣਾ ਲੈਣ ਤੇ ਅਸੀਂ ਉਹਨਾਂ ਦੀ ਨਕਲ ਕਰਦੇ ਹੋਏ ਮੌਨ ਘੋਨ ਹੋਏ ਫਿਰੀਏ। ਉਸ ਨੇ ਕਿਹਾ ਕਿ ਮੈਂ ਇੱਕ ਬੇਨਤੀ ਜ਼ਰੂਰੀ ਕਰਨੀ ਚਾਹਾਂਗਾ। ਉਸ ਦਾ ਗੁੱਸਾ ਨਾ ਮਨਾਉਣਾ ਕਿ ਸਤਿਗੁਰ ਨੇ ਤੁਹਾਨੂੰ ਜੋ ਸਰੂਪ ਦਿੱਤਾ ਹੈ ਉਸ ਦੀ ਰਾਖੀ ਕਰਨਾ ਉਵੇਂ ਹੀ ਜ਼ਰੂਰੀ ਹੈ ਜਿਵੇਂ ਕੁਦਰਤ ਦੇ ਮੌਲਿਕ ਸਰੂਪ ਦੀ ਰਾਖੀ ਕਰਨਾ। ਪਰ ਜਦੋਂ ਅਸੀਂ ਇਸੇ ਸ਼ਕਲ ਨਾਲ ਦੁਨੀਆ ਦੇ ਲੋਕਾਂ ਕੋਲ ਜਾਂਦੇ ਹਾਂ, ਉਹਨਾਂ ਨੂੰ ਦੱਸਦੇ ਹਾਂ ਕਿ ਅਸੀਂ ਸਿੱਖ ਹਾਂ, ਉਹਨਾਂ ਨੂੰ ਸਿੱਖ ਦੀ ਪਰਿਭਾਸ਼ਾ ਦਿੰਦੇ ਹਾਂ। ਜਦੋਂ ਅਸੀਂ ਦੱਸਦੇ ਹਾਂ ਕਿ ਸਤਿਗੁਰ ਨੇ ਸਾਨੂੰ ਦੁਨੀਆ ਤੋਂ ਜ਼ੁਲਮਾਂ ਦਾ ਨਾਸ਼ ਕਰਨ ਵਾਸਤੇ ਪੈਦਾ ਕੀਤਾ ਸੀ, ਤਾਂ ਜਿਹੜੇ ਲੋਕਾਂ ਨੂੰ ਸਿੱਖਾਂ ਬਾਰੇ ਜਾਣਕਾਰੀ ਹੈ ਉਹ ਕਹਿੰਦੇ ਹਨ ਕਿ ਖਾਲਸਾ ਜੀ ਚਾਹੀਦਾ ਤਾਂ ਇਹ ਸੀ ਕਿ ਦੁਨੀਆ ਦੇ ਲੋਕ ਚੱਲ ਕੇ ਤੁਹਾਡੇ ਕੋਲ ਜਾਂਦੇ ਕਿ ਸਾਡੀ ਰਾਖੀ ਕਰੋ, ਤੇ ਉਲਟਾ ਤੁਸੀਂ ਲੋਕਾਂ ਕੋਲ ਜਾ ਕੇ ਕਹਿੰਦੇ ਹੋ ਕਿ ਸਾਡੀ ਰਾਖੀ ਕਰੋ। ਇਹ ਭਾਣਾ ਕਿਉਂ ਵਾਪਰ ਗਿਆ? ਕਾਰਨ ਇਹ ਹੈ ਕਿ ਅਸੀਂ ਸਤਿਗੁਰ ਦੇ ਰਾਹ ਤੋਂ ਭਟਕ ਗਏ ਹਾਂ। ਸਤਿਗੁਰ ਨੇ ਸਾਨੂੰ ਜਿਵੇਂ ਬਣਾਇਆ ਸੀ, ਜਿਸ ਕਾਰਜ ਲਈ ਖਾਲਸਾ ਸਾਜਿਆ ਸੀ, ਅਸੀਂ ਉਸ ਕਾਰਜ ਨੂੰ ਭੁੱਲ ਗਏ ਹਾਂ। ਭਾਈ ਖਾਲੜਾ ਨੇ ਇਹ ਮਹਿਸੂਸ ਕਰ ਲਿਆ ਸੀ ਕਿ ਪੱਛਮੀ ਦੇਸ਼ਾਂ ਵਿੱਚ ਬੈਠੇ ਸਾਡੇ ਲੋਕ ਭਵਿੱਖ ਦੇ ਖਤਰਿਆਂ ਤੋਂ ਅਵੇਸਲੇ ਹੋ ਰਹੇ ਹਨ। ਉਸ ਨੇ ਦੁਨੀਆ ਦੇ ਇਤਿਹਾਸ ਦਾ ਚੇਤਾ ਕਰਾਉਂਦਿਆਂ ਕਿਹਾ ਸੀ, ਕਈ ਵਾਰ ਕੌਮਾਂ ਆਪਣੀ ਲੋੜ ਵਿੱਚੋਂ ਆਪਣੇ ਦਰ ਦੂਸਰੀਆਂ ਕੌਮਾਂ ਦੇ ਲੋਕਾਂ ਲਈ ਖੋਲ੍ਹ ਦਿੰਦੀਆਂ ਹਨ, ਪਰ ਜਦੋਂ ਉਹਨਾਂ ਦੀ ਲੋੜ ਪੂਰੀ ਹੋ ਜਾਂਦੀ ਹੈ ਤਾਂ ਉਹੀ ਕੌਮਾਂ ਆਪਣੇ ਦਰ ਬੰਦ ਵੀ ਕਰ ਲੈਂਦੀਆਂ ਹਨ। ਉਸ ਨੇ ਇਤਿਹਾਸ ਵਿੱਚੋਂ ਠੋਸ ਹਵਾਲੇ ਦੇ ਕੇ ਦੱਸਿਆ ਕਿ ਜਦੋਂ ਇਨ੍ਹਾਂ ਕੌਮਾਂ ਨੂੰ ਆਪਣੇ ਅੰਦਰੂਨੀ ਸੰਕਟਾਂ ਨਾਲ ਜੂਝਣਾ ਪੈ ਜਾਂਦਾ ਹੈ ਤਾਂ ਇਨ੍ਹਾਂ ਕੌਮਾਂ ਦੇ ਕੁਝ ਵਰਗਾਂ ਵਿੱਚ ਧਰਤੀ ਦੇ ਜਾਏ ਹੋਣ ਦੀ ਤੰਗ ਨਜ਼ਰ ਸੋਚ ਪਨਪਣ ਲੱਗ ਪੈਂਦੀ ਹੈ। ਉਹ ਇਹ ਕਹਿਣਾ ਸ਼ੁਰੂ ਕਰ ਦਿੰਦੇ ਹਨ ਕਿ ਇਹ ਧਰਤੀ ਸਾਡੀ ਹੈ। ਫਿਰ ਬਾਹਰਲੇ ਲੋਕਾਂ ਨੂੰ ਉੱਥੋਂ ਧੱਕੇ ਮਾਰ ਕੇ ਕੱਢਿਆ ਜਾਂਦਾ ਹੈ। ਜਦੋਂ ਭਵਿੱਖ ਵਿੱਚ ਤੁਹਾਡੇ ਸਾਹਮਣੇ ਅਜਿਹੀ ਨੌਬਤ ਆਵੇਗੀ ਤਾਂ ਤੁਹਾਡੇ ਬੱਚਿਆਂ ਨੂੰ ਵਿਦੇਸ਼ੀ ਜਾਂ ਇਮੀਗ੍ਰੈਂਟ ਕਹਿ ਕੇ ਫਟਕਾਰਿਆ ਜਾਵੇਗਾ। ਉਦੋਂ ਇਹਨਾਂ ਬੱਚਿਆਂ ਨੇ ਤੁਹਾਨੂੰ ਕਹਿਣਾ ਹੈ ਕਿ ਇਹ ਜਲਾਲਤ ਭੋਗਣ ਨਾਲੋਂ ਚੰਗਾ ਹੈ ਕਿ ਆਪਾਂ ਆਪਣੇ ਵਤਨ ਨੂੰ ਮੁੜ ਜਾਈਏ, ਤੇ ਉਹਨਾਂ ਨੇ ਤੁਹਾਨੂੰ ਪੁੱਛਣਾ ਹੈ ਕਿ ਸਾਡਾ ਵਤਨ ਕਿਹੜਾ ਹੈ। ਇਸ ਸਵਾਲ ਦੇ ਪ੍ਰਸੰਗ ਵਿੱਚ ਭਾਈ ਖਾਲੜਾ ਨੇ ਸਿੱਖਾਂ ਦੇ ਆਪਣੇ ਸੁਤੰਤਰ ਕੌਮੀ ਘਰ ਦੀ ਲੋੜ ਤੇ ਮਹੱਤਤਾ ਦਰਸਾਈ ਸੀ। ਉਸ ਨੇ ਦ੍ਰਿੜ ਨਿਸ਼ਚੇ ਨਾਲ ਇਹ ਗੱਲ ਕਹੀ ਸੀ ਕਿ ਆਪਣਾ ਘਰ ਮੰਗਣਾ ਕਿਸੇ ਦਾ ਘਰ ਢਾਉਣਾ ਨਹੀਂ, ਆਪਣੀ ਸੁੱਖ ਮੰਗਣੀ ਕਿਸੇ ਦੀ ਬਰਬਾਦੀ ਮੰਗਣਾ ਨਹੀਂ। ਭਾਈ ਖਾਲੜਾ ਨੇ ਸੰਗਤ ਨੂੰ ਪੁਰਜ਼ੋਰ ਅਪੀਲ ਕੀਤੀ ਸੀ ਕਿ ਤੁਸੀਂ ਜਦੋਂ ਸਤਿਗੁਰੂ ਦੇ ਚਰਨਾਂ ਵਿੱਚ ਮੱਥਾ ਟੇਕਦੇ ਹੋ, ਉਸ ਤੋਂ ਕੁਝ ਮੰਗਦੇ ਹੋ, ਤਾਂ ਇਹ ਜ਼ਰੂਰ ਮੰਗਿਆ ਕਰੋ ਕਿ ਸਤਿਗੁਰੂ ਸਾਨੂੰ ਸਾਡਾ ਘਰ ਬਖਸ਼ ਦਿਓ, ਤਾਂ ਕਿ ਅਸੀਂ ਦੁਨੀਆ ਵਿੱਚ ਜਗ੍ਹਾ ਜਗ੍ਹਾ ਨਾ ਭਟਕਦੇ ਫਿਰੀਏ ਅਤੇ ਸਾਡੇ ਬੱਚੇ ਆਪਣੇ ਕੌਮੀ ਘਰ ਵਿੱਚ ਆਜ਼ਾਦ ਫਿਜ਼ਾ ਵਿੱਚ ਪਲਣ ਪਸਰਨ। ਭਾਈ ਖਾਲੜਾ ਨੇ ਸਪਸ਼ਟ ਕਹਿ ਦਿੱਤਾ ਸੀ ਕਿ ਸਾਨੂੰ ਭਾਰਤ ਦੇ ਬਹੁ ਗਿਣਤੀ ਭਾਈਚਾਰੇ ਦੇ ਨਾਲ ਰਹਿਣਾ ਨਹੀਂ ਪੁੱਗਦਾ। ਕਾਰਨ ਇਹ ਕਿ ਉਹਨਾਂ ਦਾ ਕਲਚਰ ਸਾਡੀ ਤਬੀਅਤ ਦੇ ਅਨੁਕੂਲ ਨਹੀਂ ਹੈ, ਕਿਉਂਕਿ ਉਸ ਕਲਚਰ ਨੇ ਹਜ਼ਾਰਾਂ ਸਾਲਾਂ ਦੀ ਗੁਲਾਮੀ ਨੂੰ ਜਨਮ ਦਿੱਤਾ ਸੀ। ਗੱਲ ਇੰਨੀ ਕੁ ਹੈ ਕਿ ਸਾਨੂੰ ਸਾਡੇ ਕਲਚਰ ਦੇ ਮੁਤਾਬਕ ਰਹਿਣ ਦੀ ਆਜ਼ਾਦੀ ਦੇ ਦਿਓ। ਬਸ ਇੰਨੀ ਗੱਲ ਬਦਲੇ ਉਹ ਸਾਡਾ ਖੁਰਾ ਖੋਜ ਮਿਟਾਉਣ ਤੱਕ ਚਲੇ ਗਏ। ਜਿਵੇਂ ਅਹਿਮਦ ਸ਼ਾਹ ਅਬਦਾਲੀ ਨੇ ਦਰਬਾਰ ਸਾਹਿਬ ਢਾਇਆ ਸੀ, ਉਵੇਂ ਹਿੰਦੂ ਹਾਕਮਾਂ ਨੇ ਤੋਪਾਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾ ਦਿੱਤਾ। ਦੋਵਾਂ ਸੱਭਿਆਚਾਰਾਂ ਵਿੱਚ ਫਰਕ ਦੇਖੋ। ਪੰਜਵੇਂ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਤੇ ਅਸੀਂ ਛਬੀਲਾਂ ਲਾਉਂਦੇ ਹਾਂ, ਗੁੱਸੇ ਦੀ ਜਗ੍ਹਾ ਠੰਡ ਵਰਤਾਉਂਦੇ ਹਾਂ। ਜੂਨ 1984 ਵਿੱਚ
ਜਦੋਂ ਅਸੀਂ ਛਬੀਲਾਂ ਲਾ ਰਹੇ ਸੀ, ਉਸੇ ਵੇਲੇ ਦਰਬਾਰ ਸਾਹਿਬ ਸਮੂਹ ਦੇ ਅੰਦਰ ਭਾਰਤੀ ਫੌਜ ਵੱਲੋਂ ਤੋਪਾਂ ਦੇ ਗੋਲਿਆਂ ਨਾਲ ਪਾਣੀ ਵਾਲੀ ਟੈਂਕੀ ਭੰਨੀ ਗਈ। ਇਹ ਉਹਨਾਂ ਵੱਲੋਂ ਸਪਸ਼ਟ ਐਲਾਨ ਸੀ ਕਿ ਸਾਨੂੰ ਤੁਹਾਡਾ ਠੰਡ ਵਰਤਾਉਣ ਵਾਲਾ ਕਲਚਰ ਪਸੰਦ ਨਹੀਂ। ਇਸ ਤਰੀਕੇ ਨਾਲ ਇਹ ਦੋ ਸੱਭਿਆਚਾਰਾਂ ਦੀ, ਦੋ ਸੋਚਾਂ ਦੀ ਲੜਾਈ ਸੀ। ਅਸੀਂ ਨਹੀਂ ਚਾਹੁੰਦੇ ਕਿ ਇਸ ਲੜਾਈ ਵਿੱਚ ਅਸੀਂ ਜਾਂ ਸਾਡੇ ਵਿਰੋਧੀ ਪੀੜ੍ਹੀਆਂ ਤੱਕ ਮਰਦੇ ਰਹਿਣ, ਜਾਂ ਅੱਗੇ ਜਾ ਕੇ ਸਾਡੇ ਬੱਚੇ ਵੀ ਉਡੀਕਦੇ ਰਹਿਣ ਕਿ ਸਾਡਾ ਕੋਈ ਘਰ ਬਣੇ, ਜਾਂ ਅਸੀਂ ਇਸੇ ਤਰ੍ਹਾਂ ਹੀ ਵਿਦੇਸ਼ਾਂ ਵਿੱਚ ਰੁਲਦੇ ਰਹੀਏ, ਇਮੀਗ੍ਰੈਂਟ ਅਖਵਾਈਏ, ਸਿਰਫ ਇਸ ਕਰਕੇ ਕਿ ਸਾਡਾ ਕੋਈ ਘਰ ਨਹੀਂ। ਭਾਈ ਖਾਲੜਾ ਨੇ ਸੰਗਤ ਦੀ ਗੈਰਤ ਨੂੰ ਝੰਜੋੜਦਿਆਂ ਕਿਹਾ ਕਿ ਮੈਂ ਤੁਹਾਨੂੰ ਇਹੋ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਗੁਰੂ ਨੇ ਸਾਨੂੰ ਕਿਸੇ ਦੇ ਇਹਨਾਂ ਥੱਲੇ ਲੱਗਣ ਲਈ ਤਾਂ ਬਿਲਕੁਲ ਨਹੀਂ ਸੀ ਕਿਹਾ। ਅਸੀਂ ਤਾਂ ਦੁਨੀਆ ਦੀ ਆਜ਼ਾਦੀ ਲਈ ਲੜੇ ਹਾਂ, ਹੁਣ ਆਪਣੀ ਆਜ਼ਾਦੀ ਲਈ ਲੜਨ ਦੀ ਹਿੰਮਤ ਵੀ ਗਵਾ ਬੈਠੇ ਹਾਂ। ਭਾਈ ਜਸਵੰਤ ਸਿੰਘ ਨੇ ਕੁਝ ਪ੍ਰਵਾਸੀ ਸਿੱਖਾਂ ਦੇ ਮਨਾਂ ਅੰਦਰ ਬਣੀ ਗਲਤ ਧਾਰਨਾ ਦੇ ਜਵਾਬ ਵਿੱਚ ਸਪਸ਼ਟ ਕੀਤਾ ਸੀ ਕਿ ਜੇਕਰ ਕਿਸੇ ਦੇ ਮਨ ਵਿੱਚ ਇਹ ਵਿਚਾਰ ਆਉਂਦਾ ਹੈ ਕਿ ਉੱਥੇ ਪੰਜਾਬ ਵਿੱਚ ਪਹਿਲਾਂ ਕੋਈ ਗੜਬੜ ਸੀ, ਉਹ ਹੁਣ ਖਤਮ ਹੋ ਗਈ ਹੈ, ਤਾਂ ਭਰਾਵੋ ਇਹ ਗੱਲ ਗਲਤ ਹੈ। ਉੱਥੇ ਜ਼ੁਲਮ ਹੋਇਆ। ਜ਼ੁਲਮ ਦੇ ਵਿਰੁੱਧ ਕੁਝ ਲੋਕਾਂ ਨੇ ਅਣਖ ਨਾਲ ਲੜਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੂੰ ਹਕੂਮਤੀ ਜ਼ੋਰ ਨਾਲ ਖਤਮ ਕੀਤਾ ਗਿਆ ਹੈ। ਲੇਕਿਨ ਕੌਮਾਂ ਦੇ ਇਤਿਹਾਸ ਦੀ ਇੱਕ ਰਵਾਇਤ ਹੈ ਕਿ ਸ਼ਹੀਦ ਜਿੱਥੇ ਆਪਣਾ ਲਹੂ ਡੋਲ ਜਾਂਦੇ ਹਨ, ਉੱਥੇ ਇਨਕਲਾਬ ਜਨਮ ਲੈਂਦੇ ਹਨ। ਜੇਕਰ ਤੁਸੀਂ ਉਸ ਖਾੜਕੂ ਲਹਿਰ ਦੇ ਵਿਰੋਧੀ ਵੀ ਹੋ, ਉਸ ਲਹਿਰ ਦੇ ਹੱਕ ਵਿੱਚ ਵੀ ਨਹੀਂ, ਤਾਂ ਵੀ ਆਪਣੇ ਦਿਮਾਗ ਵਿੱਚ ਇਹ ਗੱਲ ਨਾ ਬਿਠਾ ਲਿਓ ਕਿ ਗੱਲ ਮੁੱਕ ਗਈ ਹੈ। ਗੱਲਾਂ ਮੁੱਕਦੀਆਂ ਨਹੀਂ ਹੁੰਦੀਆਂ ਜਿੰਨਾ ਚਿਰ ਉਸ ਗੱਲ ਦਾ ਸਹੀ ਰਾਹ ਨਾ ਨਿਕਲੇ। ਨੇਕੀ ਤੇ ਬਦੀ ਦੀ ਲੜਾਈ ਜਦੋਂ ਦੀ ਦੁਨੀਆ ਬਣੀ ਹੈ, ਉਦੋਂ ਦੀ ਚੱਲਦੀ ਆਈ ਹੈ। ਸਾਡੇ ਸਤਿਗੁਰਾਂ ਦੀ ਸਿੱਖਿਆ ਹੈ ਕਿ ਜੇਕਰ ਅਸੀਂ ਸਤਿਗੁਰੂ ਦੇ ਰਾਹ ਤੇ ਚੱਲਣਾ ਹੈ ਤਾਂ ਬਦੀ ਨੇ ਸਾਡੇ ਗਲ ਤੁਰੇ ਜਾਂਦਿਆਂ ਵੀ ਪੈ ਜਾਣਾ। ਸਮੱਸਿਆ ਖੜੀ ਰਹਿਣੀ ਹੈ ਜਿੰਨਾ ਚਿਰ ਬਦੀ ਖੜੀ ਹੈ, ਤੇ ਬਦੀ ਦੇ ਵਿਰੁੱਧ ਲੜਨਾ ਸਿੱਖੀ ਦਾ ਬੁਨਿਆਦੀ ਅਸੂਲ ਹੈ। ਭਾਰਤੀ ਹਾਕਮਾਂ ਵੱਲੋਂ ਦੁਨੀਆ ਦੇ ਸਾਹਮਣੇ ਸਿੱਖਾਂ ਦੇ ਪੱਖ ਨੂੰ ਵਿਗਾੜ ਕੇ ਪੇਸ਼ ਕਰਨ ਉੱਤੇ ਭਾਈ ਖਾਲੜਾ ਨੇ ਰੋਹ ਭਰੀ ਆਵਾਜ਼ ਵਿੱਚ ਕਿਹਾ ਕਿ ਮੈਂ ਚੈਲੰਜ ਕਰਦਾ ਹਾਂ ਕਿ ਪਿਛਲੇ 10 ਸਾਲਾਂ ਵਿੱਚ ਇੱਕ ਵੀ ਮਿਸਾਲ ਦੱਸੋ ਜਦੋਂ ਸਿੱਖਾਂ ਦੇ ਹਜੂਮ ਨੇ ਕਿਸੇ ਨੂੰ ਗਲੋਂ ਫੜ ਕੇ ਧੋਇਆ ਹੋਵੇ। ਲੇਕਿਨ ਸਿੱਖਾਂ ਦੇ ਗਲ ਵਿੱਚ ਬਲਦੇ ਟਾਇਰ ਪਾਏ ਦੁਨੀਆ ਨੇ ਦੇਖੇ ਨੇ। ਦਿੱਲੀ ਦੀਆਂ ਗਲੀਆਂ ਵਿੱਚ ਸਿੱਖ ਭਾਈਚਾਰੇ ਨੂੰ ਅੱਗਾਂ ਵਿੱਚ ਸਾੜਦੇ ਦੁਨੀਆ ਨੇ ਦੇਖਿਆ ਹੈ। ਫਿਰ ਵੀ ਅਸੀਂ ਅੱਤਵਾਦੀ ਬਣਾ ਦਿੱਤੇ ਗਏ ਤੇ ਉਹ ਆਪ ਸੱਤਵਾਦੀ ਬਣ ਗਏ। ਅਖੀਰ ਦੇ ਵਿੱਚ ਭਾਈ ਖਾਲੜਾ ਨੇ ਪ੍ਰਵਾਸੀ ਸਿੱਖਾਂ ਨੂੰ ਖਬਰਦਾਰ ਕੀਤਾ ਕਿ ਦੇਖਿਓ ਕਿਤੇ ਆਰਥਿਕ ਤਰੱਕੀ ਕਰਦੇ ਕਰਦੇ ਆਪਣੀ ਹੋਂਦ ਖਤਰੇ ਵਿੱਚ ਨਾ ਪਾ ਬੈਠਿਓ। ਉਸ ਨੇ ਆਪਣੀ ਗੱਲ ਇਸ ਆਸ਼ਾਵਾਦੀ ਸੁਰ ਦੇ ਨਾਲ ਖਤਮ ਕੀਤੀ ਕਿ ਆਦ ਸੱਚ ਜੁਗਾਦ ਸੱਚ ਦਾ ਸੰਦੇਸ਼ ਸਾਨੂੰ ਇਹ ਦ੍ਰਿੜ ਕਰਾਉਂਦਾ ਹੈ ਕਿ ਸਾਡਾ ਗੁਰੂ ਵੀ ਸਦਾ ਕਾਇਮ ਰਹਿਣਾ ਹੈ, ਸਾਡਾ ਧਰਮ ਵੀ ਸਦਾ ਕਾਇਮ ਰਹਿਣਾ ਹੈ। ਇਹ ਫੈਸਲਾ ਤੁਸੀਂ ਕਰਨਾ ਹੈ ਕਿ ਤੁਸੀਂ ਕੀ ਕਰ ਸਕਦੇ ਹੋ। ਭਾਈ ਜਸਵੰਤ ਸਿੰਘ ਖਾਲੜਾ ਆਸਟਰੀਆ ਵਿਆਨਾ ਵਿੱਚ 2 ਹਫ਼ਤਿਆਂ ਵਿੱਚ ਆਪਣੇ ਕਲਪੇ ਹੋਏ ਕਾਰਜ ਨਿਪਟਾ ਲੈਣ ਉਪਰੰਤ ਜੁਲਾਈ ਦੇ ਅੱਧ ਵਿੱਚ ਪੰਜਾਬ ਮੁੜ ਆਇਆ ਸੀ। ਕਿਤਾਬ ਸ਼ਹੀਦ ਜਸਵੰਤ ਸਿੰਘ ਖਾਲੜਾ ਸੋਚ ਸੰਘਰਸ਼ ਤੇ ਸ਼ਹਾਦਤ, ਲੇਖਕ ਸਰਦਾਰ ਅਜਮੇਰ ਸਿੰਘ, ਭਾਗ 21, ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਪੂਰੀ ਕਿਤਾਬ ਸੁਣਨ ਵਾਸਤੇ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।